ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਹਰਸ਼ਿੰਦਰ ਕੌਰ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਮਾਨਸਿਕ ਰੋਗ, ਡਿਪਰੈਸ਼ਨ। ਕਿਉਂ ਹੋ ਜਾਂਦੇ ਹਾਂ ਅਸੀਂ ਮਾਨਸਿਕ ਰੋਗੀ, ਕੀ ਕਾਰਨ ਰਹਿੰਦੇ ਨੇ ਇਹਦੇ ਪਿੱਛੇ ਦੇ। ਇੱਕ ਮਾਨਸਿਕ ਰੋਗੀ ਦੇਖਣ ਨੂੰ ਕਿਸ ਤਰ੍ਹਾਂ ਉਹ ਪਛਾਣ ਆਵੇ ਕਿ ਉਹਦੇ ਲੱਛਣ ਕੀ ਹੋਣਗੇ, ਅਤੇ ਕੀ ਉਸ ਮਾਨਸਿਕ ਰੋਗੀ ਨੂੰ ਅਸੀਂ ਦਵਾਈਆਂ ਨਾਲ ਹੀ ਠੀਕ ਕਰ ਸਕਦੇ ਹਾਂ ਜਾਂ ਫਿਰ ਇਹਦੇ ਕੋਈ ਹੋਰ ਵੀ ਹੱਲ ਨਜ਼ਰ ਆਉਂਦੇ ਨੇ। ਅਤੇ ਜੇਕਰ ਅਸੀਂ ਦਵਾਈਆਂ ਨਾਲ ਜਾਂ ਕਿਸੇ ਹੱਲ ਨਾਲ ਉਸ ਨੂੰ ਠੀਕ ਕਰ ਵੀ ਲੈਂਦੇ ਹਾਂ ਤਾਂ ਕੀ ਐਸਾ ਕੁਝ ਕੀਤਾ ਜਾ ਸਕਦਾ ਕਿ ਉਹ ਦੁਬਾਰਾ ਮਾਨਸਿਕ ਰੋਗੀ ਨਾ ਹੋਵੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ। ਅਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਹੀ ਨਿੱਘੀ ਫਤਿਹ। ਡਾਕਟਰ ਸਾਹਿਬ, ਮਾਨਸਿਕ ਰੋਗ ਜਿਹੜਾ ਅੱਜ ਇੱਕ ਅਜਿਹਾ ਵਿਸ਼ਾ ਬਣ ਚੁੱਕਿਆ ਜਿਹੜਾ ਹਰ ਦੂਜਾ ਜਾਂ ਚੌਥਾ ਵਿਅਕਤੀ ਜਿਹੜਾ ਕਿਤੇ ਨਾ ਕਿਤੇ ਮਾਨਸਿਕ ਪ੍ਰਤਾੜਿਤ ਹੈ, ਮਾਨਸਿਕ ਤੌਰ 'ਤੇ ਮਾਨਸਿਕ ਰੋਗੀ ਹੈ। ਚਾਹੇ ਉਹ ਥੋੜ੍ਹਾ ਹੋਵੇ, ਚਾਹੇ ਉਹ ਜ਼ਿਆਦਾ ਹੋਵੇ, ਅਤੇ ਚਾਹੇ ਉਹ ਮਤਲਬ ਹੋ ਕੇ ਹਟ ਚੁੱਕਿਆ ਹੋਵੇ। ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹਦੇ ਪਿੱਛੇ ਦੇ ਕਾਰਨ ਕੀ ਨੇ। ਥੋੜ੍ਹਾ ਜਿਹਾ ਚਾਨਣਾ ਪਾਓ ਤਾਂ ਕਿ ਆਪਾਂ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਈਏ ਕਿ ਇਸ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ। ਦੇਖੋ, ਪਹਿਲਾਂ ਤਾਂ ਜੇ ਮੈਂ ਗੁਰਬਾਣੀ ਤੋਂ ਸ਼ੁਰੂ ਕਰਾਂ, ਜੋ ਜੋ ਦੀਸੈ ਸੋ ਸੋ ਰੋਗੀ ਜੀ। ਸੋ ਉਹਦੇ ਵਿੱਚ ਬਹੁਤ ਵੱਡੀ ਅਤੇ ਡੂੰਘੀ ਗੱਲ ਕੀਤੀ ਗਈ ਹੈ ਕਿ ਰੋਗ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਵੀ ਹਾਂ। ਕਿਉਂਕਿ ਲੱਛਣ ਦੇਖੋ ਕਿ ਸਾਨੂੰ ਹੋਰ ਲੈਣ ਦੀ ਲਾਲਸਾ, ਉਹਨੂੰ ਨਾ ਮਿਲੇ ਤੇ ਕਿਸ ਤਰੀਕੇ ਅਸੀਂ ਪ੍ਰੈਜ਼ੈਂਟ ਕਰਦੇ ਹਾਂ, ਸਾਨੂੰ ਆਪ ਹੀ ਸਾਡਾ ਸਬਕੌਨਸ਼ੀਅਸ ਮਾਈਂਡ ਕਈ ਵਾਰ ਜੱਜ ਹੀ ਨਹੀਂ ਕਰਦਾ ਕਿ ਅਸੀਂ ਸ਼ਾਇਦ ਡਿਪਰੈਸ਼ਨ ਦੇ ਸ਼ਿਕਾਰ ਹੋ ਵੀ ਚੁੱਕੇ ਹਾਂ। ਮਿਸਾਲ ਵਜੋਂ ਕਿ ਲੋੜੋਂ ਵੱਧ ਗੁੱਸਾ ਆਉਣ ਲੱਗ ਜਾਣਾ, ਛੇਤੀ ਛੇਤੀ ਖਿਝਣ ਲੱਗ ਜਾਣਾ, ਰੋਣ ਲੱਗ ਜਾਣਾ, ਭਾਰ ਵਧਣ ਲੱਗ ਜਾਣਾ, ਭਾਰ ਘਟਣ ਲੱਗ ਜਾਣਾ, ਭੁੱਖ ਵੱਧ ਜਾਣੀ, ਘਟ ਜਾਣੀ, ਤੋਂ ਲੈ ਕੇ ਨੀਂਦਰ ਠੀਕ ਨਾ ਆਉਣੀ, ਚਿੜਚਿੜਾਪਨ ਜਾਂ ਐਵੇਂ ਨਿੱਕੀ ਨਿੱਕੀ ਗੱਲ 'ਤੇ ਫਿਸ ਪੈਣਾ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਤੁਹਾਡੀ ਧੜਕਣ ਇੱਕਦਮ ਵੱਧ ਜਾਣੀ, ਇੱਕਦਮ ਪਸੀਨਾ ਆ ਕੇ ਹੋ ਜਾਣਾ। ਇਹ ਆਮ ਜਿਹੇ ਲੱਛਣ ਜਿਹੜੇ ਸਾਨੂੰ ਪਤਾ ਹੀ ਨਹੀਂ ਲੱਗਦੇ ਕਿ ਇਹ ਵੀ ਕਦੇ ਕੋਈ ਡਿਪਰੈਸ਼ਨ ਦੇ ਸਿੰਪਟਮਸ ਵੀ ਹੋ ਸਕਦੇ ਨੇ ਕਿ ਨਹੀਂ। ਨਹੀਂ, ਇਹਦੇ 'ਚ ਡਿਪਰੈਸ਼ਨ ਤੁਹਾਨੂੰ ਆ ਚੁੱਕੀ ਹੋਈ ਹੈ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਇਹਦਾ ਸ਼ਿਕਾਰ ਹੋ ਚੁੱਕਿਆ। ਕਿਉਂਕਿ ਅਸੀਂ ਮਾਨਸਿਕ ਰੋਗ ਇੱਕ ਲਫ਼ਜ਼ ਜਦੋਂ ਜੋੜ ਲੈਂਦੇ ਹਾਂ ਤਾਂ ਅਸੀਂ ਸਿਰਫ ਇੱਕੋ ਹੀ ਚੀਜ਼ ਸੋਚਦੇ ਹਾਂ ਵੀ ਪਾਗਲ ਹੈ ਬੰਦਾ, ਉਸ ਤੋਂ ਉਰੇ ਪਰੇ ਸੋਚਦੇ ਹੀ ਨਹੀਂ। ਜਦ ਕਿ ਇਮਤਿਹਾਨਾਂ ਵਿੱਚ ਘੱਟ ਨੰਬਰ ਆ ਜਾਣੇ, ਕਿਸੇ ਦੀ ਮੌਤ ਹੋ ਜਾਣੀ, ਕਿਸੇ ਦਾ ਕੋਈ ਪਿਆਰ ਸੀ ਕਿਸੇ ਨਾਲ ਉਹ ਟੁੱਟ ਜਾਣਾ, ਜਾਂ ਕੋਈ ਵੀ ਇਰਰਿਸਪੈਕਟਿਵ ਆਫ ਐਨੀਥਿੰਗ ਕਿ ਹੋਰ ਕੁਝ ਵੀ ਨਹੀਂ, ਨਾਲ ਦੇ ਘਰ ਕੋਲ ਕਾਰ ਵੱਡੀ ਹੈ, ਹੁਣ ਇਹ ਵੀ ਡਿਪਰੈਸ਼ਨ ਦਾ ਕਾਰਨ ਹੈ। ਇਹਦੇ 'ਚ ਕੀ ਕਰ ਸਕਦੇ ਹਾਂ, ਉਹਦੇ ਕਰਕੇ ਬੰਦਾ ਘਰ 'ਚ ਲੜਾਈ ਵੀ ਕਰ ਰਿਹਾ ਹੈ, ਘਰੇਲੂ ਹਿੰਸਾ ਵੀ ਹੋ ਰਹੀ ਹੈ, ਬੱਚਿਆਂ ਨਾਲ ਮਾਰ ਕੁਟਾਈ ਕਰ ਰਿਹਾ ਹੈ, ਅਤੇ ਕਾਰਨ ਸਬਕੌਨਸ਼ੀਅਸ ਮਾਈਂਡ ਵਿੱਚ ਉਹਦੇ ਫਸਿਆ ਹੋਇਆ ਵੀ ਨਾਲ ਦੇ ਕੋਲ ਵੱਡੀ ਕਾਰ ਹੈ। ਸੋ ਇਹ ਚੀਜ਼ਾਂ ਨੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀ, ਜੋ ਜੋ ਦੀਸੈ ਸੋ ਸੋ ਰੋਗੀ ਦਾ ਮਤਲਬ ਹੈ ਸਾਨੂੰ ਲੋਭ, ਭਾਵੇਂ ਉਹ ਖਾਣ ਦੀ ਚੀਜ਼ ਦਾ ਹੋਵੇ, ਪਾਣ ਦੀ ਚੀਜ਼ ਦਾ ਹੋਵੇ, ਰਹਿਣ ਵਾਲੀ ਹੋਵੇ, ਸਾਡਾ ਮੁੰਡਾ ਦੂਜੇ ਨਾਲ ਕੰਪੇਅਰ ਕਰਨਾ, ਅਸੀਂ ਆਪਣੀ ਕੁੜੀ ਕੰਪੇਅਰ ਕਰਨੀ ਹੈ, ਵਾਈਫ ਕੰਪੇਅਰ ਕਰਨੀ ਹੈ, ਨੌਕਰੀ ਕੰਪੇਅਰ ਕਰਨੀ ਹੈ। ਪੁੱਛਣ ਦਾ ਰੋਗ ਵੀ ਹੁੰਦਾ, ਉਹ ਜਿਹੜੀ ਕੰਪੈਰੀਜ਼ਨ ਸਾਡੀ ਲਾਈਫ 'ਚ ਆ ਚੁੱਕਿਆ ਨਾ ਕਿ ਅਸੀਂ ਹੋੜ ਬਣਾਤੀ ਕਿ ਬੱਚੇ ਤੂੰ ਕਲਾਸ 'ਚ ਜਾਣਾ ਅਤੇ ਤੇਰਾ ਇੱਕੋ ਹੀ ਕੰਮ ਹੈ ਕਿ ਤੂੰ ਫਸਟ ਆਉਣਾ। ਯਾਨੀ ਉਹ ਜੰਮਿਆ ਵਿਚਾਰਾ ਅਜੇ ਹੈ ਨਹੀਂ ਅਤੇ ਉਹਨੂੰ ਨਰਸਰੀ ਤੋਂ ਵੀ ਤੂੰ ਫਸਟ ਆਉਣਾ ਦੇ ਚੱਕਰ ਵਿੱਚ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ, ਉਹਨੇ ਅਸਲ ਵਿੱਚ ਇਹ ਸਾਰਾ ਗੜਬੜੀ ਕੀਤੀ ਹੋਈ ਹੈ। ਸੋ ਸਾਡੇ ਜਿੱਥੇ ਪਹਿਲਾਂ ਤਾਂ ਘਰ ਵਿੱਚ ਪਾਲਣ ਪੋਸ਼ਣ 'ਚ ਗੜਬੜ ਹੈ, ਉੱਥੇ ਹੀ ਸਾਡੇ ਸਕੂਲਸ ਵਿੱਚ, ਸਾਡੇ ਕਾਲਜਿਸ ਵਿੱਚ, ਸਾਡੀਆਂ ਯੂਨੀਵਰਸਿਟੀਜ਼ ਵਿੱਚ ਅਸੀਂ ਸਿਰਫ ਇੱਕ ਐਕਸੀਲੈਂਸ 'ਤੇ ਅੜੇ ਹੋਏ ਹਾਂ। ਕਿਸੇ ਵੀ ਹਾਲ ਵਿੱਚ ਤੂੰ ਫਸਟ ਆਉਣਾ ਅਤੇ ਦੂਜੇ ਨੂੰ ਦੱਬ ਕੇ ਆਉਣਾ। ਤੁਸੀਂ ਹੁਣੇ ਓਲੰਪਿਕਸ ਵਿੱਚ ਇੱਕ ਐਗਜ਼ਾਮਪਲ ਦੇਖੀ ਹੋਏਗੀ ਪਰਫੈਕਟ ਸਪੋਰਟਸਮੈਨਸ਼ਿਪ ਦੀ, ਕਿ ਦੂਜੇ ਨੂੰ ਨਾਲ ਲੈ ਕੇ ਤੁਰਨਾ। ਉਬੁੰਤੂ, ਜਿਵੇਂ ਅਸੀਂ ਕਹਿੰਦੇ ਹਾਂ, ਅਫਰੀਕਨ ਵੀ ਜਿਹੜੀ ਕਹਾਵਤ ਹੈ ਕਿ ਮੰਦ ਬੁੱਧ ਬੱਚੇ ਸਨ, ਸਭ ਦੌੜ ਰਹੇ ਸਨ ਅਤੇ ਉਹ ਵਿੱਚੋਂ ਇੱਕ ਡਿੱਗ ਗਿਆ ਤਾਂ ਫਿਰ ਉਹ ਸਾਰੇ ਜਣੇ ਇਕੱਠੇ ਆਏ, ਉਹਨੂੰ ਇਕੱਠੇ ਨੂੰ ਨਾਲ ਚੁੱਕਿਆ ਅਤੇ ਇਕੱਠੇ ਸਾਰੇ ਦੌੜ ਪਏ। ਯਾਨੀ ਸਾਡਾ ਜੇ ਦਿਮਾਗ ਹੈ ਤਾਂ ਉਹਨੂੰ ਅਸੀਂ ਗਲਤ ਪਾਸੇ ਤੋਰਦੇ ਹਾਂ ਕਿ ਅਸੀਂ ਦੂਜੇ ਤੋਂ ਅਗਾਂਹ ਲੰਘਣਾ, ਬਸ ਇੱਕੋ ਹੀ ਸੋਚ ਹੈ। ਸੋ ਇਹ ਜਦ ਤੱਕ ਅਸੀਂ ਸੋਚ ਵਿੱਚ ਤਬਦੀਲੀ ਨਹੀਂ ਲਿਆਉਂਦੇ
ਕਿ ਹਮੇਸ਼ਾ ਦੂਜੇ ਨਾਲ ਅਸੀਂ ਇੱਕ ਰੇਸ ਹੀ ਨਹੀਂ ਲੱਗੀ ਹੋਈ। ਜ਼ਿੰਦਗੀ ਜਿਉਣ ਦਾ ਨਾਮ ਹੈ, ਸਿਰਫ ਇੱਕ ਸਿਖਰ ਤੇ ਨਹੀਂ ਪਹੁੰਚਣਾ, ਬਲਕਿ ਜਿੱਥੋਂ ਸ਼ੁਰੂ ਹੋਏ ਸੀ, ਜੋ ਤੁਹਾਡਾ ਏਮ ਹੈ, ਉਹਨੂੰ ਕਿਸ ਤਰੀਕੇ ਖੂਬਸੂਰਤ ਢੰਗ ਨਾਲ ਤੁਸੀਂ ਲੰਘਾਇਆ, ਉਹੀ ਜ਼ਿੰਦਗੀ ਹੈ। ਯਾਨੀ ਕਿ ਕਲਾਸ 'ਚੋਂ ਤੁਸੀਂ ਇੱਕ ਦੂਜੇ ਨੂੰ ਢਾਉਣਾ, ਮੇਰਾ ਪਿਓ ਪਤਾ ਨਾ ਕੌਣ ਹੈ, ਮੇਰਾ ਪਹੁੰਚ ਦੇਖੀ ਹੈ ਨਾ ਕਿਤੇ ਹੈ, ਤਾਂ ਕਰਦੇ ਇੱਕ ਘਸੁੰਨ ਮੁੱਕੀ ਕਰ ਲਓ, ਤੇ ਜਾਂ ਉਹੀ ਹੱਸ ਖੇਡ ਕੇ ਸਮਾਂ ਲੰਘਾ ਲਓ, ਜੋ ਤੁਹਾਨੂੰ ਸ਼ਾਇਦ 30 ਸਾਲ ਬਾਅਦ ਇੱਕ ਖੂਬਸੂਰਤ ਯਾਦ ਬਣਿਆ ਹੋਏਗਾ ਕਿ ਅਸੀਂ ਸਕੂਲ ਵਿੱਚ ਜਾਂ ਕਲਾਸ ਵਿੱਚ ਜਾਂ ਕਾਲਜ ਵਿੱਚ ਕਿੰਨਾ ਕਮਾਲ ਕਰਦੇ ਸੀ। ਤੋ ਇਹ ਤਰੀਕਾ ਜੇ ਜਿਹੜਾ ਸਾਨੂੰ ਡਿਪਰੈਸ਼ਨ ਤੋਂ ਰੋਕਦਾ ਜੇ, ਕਿ ਉਹਦੇ ਕੋਲ ਕਾਰ ਵੱਡੀ ਹੈ ਤਾਂ ਹੋ ਸਕਦਾ ਉਹਦੇ ਘਰ ਵਿੱਚ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਆ ਗਈਆਂ ਹੋਣ, ਉਹਦਾ ਪੁੱਤਰ ਛੱਡ ਕੇ ਜਾ ਚੁੱਕਿਆ ਜਾਂ ਕੁਝ ਵੀ। ਕਿਉਂ ਅਸੀਂ ਕੰਪੈਰੀਜ਼ਨ ਵਿੱਚ ਅੜ ਗਏ ਹੋਏ ਹਾਂ? ਆਪਣੀ ਜ਼ਿੰਦਗੀ ਵੱਲ ਦੇਖੀਏ ਕਿ ਮੈਂ 2 ਵੇਲੇ ਦੀ ਰੋਟੀ ਮਿਲੀ, ਸ਼ੁਕਰ ਹੈ, ਬਹੁਤ ਹੈ। ਮੈਨੂੰ ਇੰਨਾ ਹੀ ਚਾਹੀਦਾ ਸੀ। ਜੇ ਮੈਂ 10 ਕਰੋੜ ਕਮਾਉਂਦਾ ਹੁੰਦਾ ਤਾਂ ਵੀ ਖਾਣੀ ਤਾਂ ਮੈਂ ਫੁਲਕਾ ਹੀ ਸੀ, ਮੈਂ ਸੋਨਾ ਤਾਂ ਚੱਬ ਨਹੀਂ ਸਕਦਾ। ਸੋ ਇਹ ਜੇ ਸੋਚ ਨਾਲ ਅਸੀਂ ਇੱਕ ਵਾਰ ਆਪਣੀ ਜ਼ਿੰਦਗੀ ਨੂੰ ਸਹਿਜ ਕਰ ਸਕਦੇ ਹੋਈਏ ਕਿ ਜੋ ਹੈ ਬਹੁਤ ਹੈ, ਸ਼ੁਕਰ ਹੈ, ਤਾਂ ਉਹ ਸਾਡੀ ਡਿਪਰੈਸ਼ਨ ਤੋਂ ਬਾਹਰ ਵੀ ਕੱਢੇਗਾ ਤੇ ਸਾਨੂੰ ਇਸ ਰੇਸ 'ਚੋਂ ਵੀ ਪਰਾਂ ਕਰੇਗਾ। ਦੇਖੋ ਨਾ, ਅਸੀਂ ਇੰਨੇ ਕੁ ਉਲਝੇ ਪਏ ਹਾਂ, ਸੜਕ 'ਤੇ ਕੋਈ ਇੱਕ ਹੌਰਨ ਮਾਰ ਜਾਏ। ਮੈਂ ਹੁਣ ਕਿਸੇ ਦੀ ਕਾਰ 'ਚ ਹੀ ਸਾਂ ਬੈਠੀ, ਜਿੱਥੇ ਉੱਥੇ ਯਾਨੀ ਉਹ ਗੱਲ ਇਸ ਤਰ੍ਹਾਂ ਦੀ ਕਰਨ ਲੱਗੇ ਕਿ ਅੱਗੇ ਜੀ ਜਿਹੜਾ ਹੌਰਨ ਮਾਰ ਕੇ ਲੰਘਿਆ, ਇਹਨੇ ਹੁਣ ਮਰਨਾ ਹੀ ਹੋਣਾ, ਇਹਨੂੰ ਕਾਹਦੀ ਕਾਹਲ ਪਈ ਹੈ, ਸੜਕ 'ਤੇ ਆਰਾਮ ਨਾਲ ਚਲੇ ਜੇ। ਹੁਣ ਜੇ ਆਪ ਕਿਸੇ ਨੂੰ ਕ੍ਰਾਸ ਕਰਨ ਲੱਗੇ ਤਾਂ ਬੋਲਣ ਲੱਗੇ ਵੀ ਇਹ ਕਾਰ ਚਲਾਉਣੀ ਆਉਂਦੀ ਨਹੀਂ, ਲੋਕ ਕਾਰ ਲੈ ਲੈਂਦੇ, ਐਡੀ ਹੌਲੀ ਕਿਉਂ ਚਲਾ ਰਿਹਾ? ਵੀ ਤੇਜ਼ ਲੰਘੇ ਤੇ ਵੀ ਮੁਸੀਬਤ ਹੈ, ਹੌਲੀ ਲੰਘੇ ਤੇ ਵੀ ਮੁਸੀਬਤ ਹੈ। ਯਾਨੀ ਅਸੀਂ ਕਿਸੇ ਵੀ ਪਾਸਿਓਂ ਸੰਤੁਸ਼ਟ ਨਹੀਂ ਹਾਂ। ਹੁਣ ਸੋ ਇਹਦਾ ਮਤਲਬ ਇਹ ਹੈ ਕਿ ਡਿਪਰੈਸ਼ਨ ਅਸੀਂ ਆਪ ਹੀ ਕ੍ਰੀਏਟ ਕੀਤੀ ਹੈ, ਭਾਵੇਂ ਕਿਸੇ ਹੀ ਢੰਗ ਨਾਲ ਸਹੀ। ਕੁਝ ਦਵਾਈਆਂ ਵੀ ਜ਼ਰੂਰ ਸਾਨੂੰ ਡਿਪਰੈਸ਼ਨ ਵੱਲ ਲੈ ਜਾਂਦੀਆਂ ਨੇ, ਕੁਝ ਬਿਮਾਰੀਆਂ ਵੀ ਨੇ ਜਿਹੜੀਆਂ ਡਿਪਰੈਸ਼ਨ ਕਰਦੀਆਂ ਨੇ। ਕਈ ਵਾਰ ਘਰ 'ਚ ਮੌਤ ਹੋਈ ਹੋਵੇ, ਅਸੀਂ ਨਹੀਂ ਸਹਿਜ ਛੇਤੀ ਹੁੰਦੇ, ਉਹ ਜਿਹੜੀ ਡਿਪਰੈਸ਼ਨ ਹੈ ਅਸੀਂ ਉਹਨੂੰ ਡਾਇਗਨੋਜ਼ ਹੀ ਨਹੀਂ ਕਰ ਸਕਦੇ। ਕਈ ਵਾਰ ਬੰਦਾ ਖੁਦਕੁਸ਼ੀ ਤੱਕ ਕਰ ਜਾਂਦਾ। ਇਸੇ ਤਰ੍ਹਾਂ ਫੇਲ ਹੋਣ 'ਤੇ ਜੇ ਸਿੰਪਲ ਜੀ ਗੱਲ ਹੈ, ਮਾਪੇ ਕਹਿਣ ਫਿਰ ਕੀ ਹੋਇਆ, ਅਗਲੀ ਵਾਰ ਸਹੀ, ਤਾਂ ਗੱਲ ਖਤਮ ਹੋ ਗਈ। ਪਰ ਜੇ ਉਹਨੂੰ ਮਾਰ ਕੁੱਟ ਕੇ ਤੂੰ ਸਾਡਾ ਨੱਕ ਡੁਬੋਤੀ, ਉਹ ਦੇਖੋ ਕਿੱਥੇ ਲੰਘ ਗਿਆ, ਅਸੀਂ ਕਿੱਥੇ, ਤੂੰ ਸਾਨੂੰ ਕੁਝ ਨਹੀਂ ਰਹਿਣ ਦਿੱਤਾ, ਦਾ ਮਤਲਬ ਹੈ ਉਹ ਬੰਦੇ ਨੂੰ ਤੁਸੀਂ ਅਗਲਾ ਚਾਂਸ ਦੇਣਾ ਹੀ ਨਹੀਂ ਚਾਹੁੰਦੇ ਵੀ ਜਾਂ ਮਰ ਜਾ, ਖਤਮ ਹੋ ਜਾ, ਤੇ ਨਹੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾ। ਸੋ ਇਹ ਕ੍ਰੀਏਟ ਅਸੀਂ ਆਪ ਕਰਦੇ ਹਾਂ, ਵਰਨਾ ਉਤਾਰ ਚੜਾਅ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ। ਸਾਨੂੰ ਸਿਰਫ 2 ਹੀ ਚੀਜ਼ਾਂ, ਕਿ ਸਹਿਜ ਹੋਣਾ ਸਿੱਖੀਏ, ਸ਼ੁਕਰ ਕਰਨਾ ਸਿੱਖੀਏ, ਤੇ ਸੰਤੁਸ਼ਟੀ ਆ ਜਾਵੇ, ਤਾਂ ਫਿਰ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ। ਤੇ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਕਾਰਨ ਜਿਹੜੇ ਨੇ, ਉਹਦੇ ਪਿੱਛੇ ਦੇ ਕਾਰਨ ਕੀ ਨੇ? ਬਿਮਾਰੀ ਵੀ ਹੋ ਸਕਦੀ ਹੈ, ਆਪਾਂ ਨੂੰ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵੀ ਹੋ ਸਕਦੀ ਹੈ, ਕੋਈ ਆਪਾਂ ਕਿਸੇ ਤੋਂ ਕੁਝ ਖੁੱਸਣ ਦਾ ਡਰ, ਜਿਹੜਾ ਵੀ ਮੇਰੇ ਕੋਲੋਂ ਆਹ ਚੀਜ਼ ਖੁੱਸ ਨਾ ਜਾਵੇ, ਉਹ ਚੀਜ਼ ਵੀ ਆਪਾਂ ਨੂੰ ਜਿਹੜੀ ਡਿਪਰੈਸ਼ਨ 'ਚ ਲੈ ਜਾਂਦੀ ਹੈ। ਕਿਸੇ ਉਹ ਅਲੱਗ-ਅਲੱਗ ਕਾਰਨ ਤੁਸੀਂ ਦੱਸੇ ਹੈਗੇ ਨੇ। ਹੁਣ ਆਈਏ ਕਿ ਇੱਕ ਡਿਪਰੈਸ਼ਨ 'ਚ ਬੰਦਾ ਹੈਗਾ, ਤੁਸੀਂ ਇੱਕ ਗੱਲ ਦੱਸੀ ਵੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਡਿਪਰੈਸ਼ਨ 'ਚ ਆ ਚੁੱਕੇ ਹਾਂ, ਪਰਿਵਾਰ ਨੂੰ ਵੀ ਪਤਾ ਨਹੀਂ ਹੁੰਦਾ ਡਿਪਰੈਸ਼ਨ 'ਚ ਆ ਚੁੱਕੇ ਨੇ। ਜਾਂ ਤਾਂ ਸਿੱਧਾ ਠੱਪਾ ਲਾ ਦਿੰਦੇ ਵੀ ਪਾਗਲ ਹੈ, ਤੇ ਜਾਂ ਫਿਰ ਇਹ ਉਂਝ ਹੀ ਕਰਦਾ, ਜਾਂ ਫਿਰ ਜਾਣ ਕੇ ਕਰਦਾ, ਡਰਾਮੇ ਕਰ ਰਿਹਾ, ਤੇ ਇਹ ਸਾਡੇ 'ਤੇ ਹਾਵੀ ਹੋ ਰਿਹਾ। ਕਿਵੇਂ ਪਤਾ ਲੱਗੇ ਵੀ ਇਹ ਬੰਦਾ ਜਿਹੜਾ ਵਾਕਈ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਾ ਹੈ? ਦੇਖੋ, ਜਦੋਂ ਵੀ ਕਿਸੇ ਦੀ ਕੋਈ ਨਾਰਮਲ ਰੂਟੀਨ ਚੱਲ ਰਹੀ ਹੋਏ, ਉਸ ਤੋਂ ਰੱਤਾ ਮਾਸਾ ਵੀ ਫਰਕ ਦਿਸਦਾ ਹੋਵੇ, ਦਾ ਮਤਲਬ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਦੇ ਅਧੀਨ ਬੰਦਾ ਆ ਚੁੱਕਿਆ। ਮਿਸਾਲ ਵਜੋਂ ਕਿ ਰੋਜ਼ ਨਾਰਮਲ ਸੌਂ ਰਹੇ ਸੀ, ਪਰ ਕੋਈ ਐਸੀ ਟੈਨਸ਼ਨ ਵਰਕ ਪਲੇਸ ਦੀ ਜਾਂ ਕਿਸੇ ਵੀ ਥਾਂ ਦੀ ਜਿਹੜੀ ਉਹਨੇ ਰਾਤ ਨੂੰ ਸੁੱਤਾ ਨਹੀਂ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਦਿਨੇ ਉਂਘਣ ਜਿਹਾ ਲੱਗ ਜਾਣਾ, ਤੇ ਰਾਤ ਫਿਰ ਟੁੱਟਵੀਂ ਨੀਂਦਰ ਆਣੀ, ਖੈਬੜਨ ਲੱਗ ਜਾਣਾ, ਜਾਂ ਤੁਸੀਂ ਇਕੱਲੇ ਰਹਿਣਾ ਪਸੰਦ ਕਰਨ ਲੱਗ ਜਾਣਾ, ਜਾਂ ਫਿਰ ਤੁਹਾਡੇ ਪੁਰਾਣੇ ਦੋਸਤ ਟੁੱਟਣ ਲੱਗ ਜਾਣ। ਯਾਨੀ ਇਹ ਨਿੱਕੇ ਨਿੱਕੇ ਤੁਹਾਡੇ ਇੰਸਟੈਂਸਿਸ ਹੈ ਜਿੱਥੇ ਤੁਹਾਨੂੰ ਦਿਸਦਾ ਹੈ ਕਿ ਬੱਚੇ ਦੇ ਖਾਣ ਪੀਣ ਦੇ ਵਿੱਚ ਵੀ ਚੇਂਜ ਆ ਗਿਆ, ਜਾਂ ਤੁਹਾਨੂੰ ਆਪ ਭੁੱਖ ਲੱਗਣੀ ਬੰਦ ਹੋ ਗਈ, ਜਾਂ ਇੱਕਦਮ ਜ਼ਿਆਦਾ ਖਾਣ ਨੂੰ ਲੱਗ ਰਹੀ ਹੈ, weight unnecessary ਵਧਣ ਲੱਗ ਗਿਆ। ਆਲਦੋ देयर आर so many causes, ਮਤਲਬ ਇੱਕ ਜਗ੍ਹਾ ਦੇਖੀ, ਹਾਂਜੀ ਉਹੀ ਮੈਂ ਦੱਸਿਆ ਵੀ ਇਕੱਲਾ ਰਹਿਣਾ ਜਦੋਂ ਪਸੰਦ ਕਰੇ, ਦੋਸਤ ਮਿੱਤਰ ਟੁੱਟ ਜਾਣ, ਤਾਂ ਇਹ ਤਾਂ ਨੇ ਜਦੋਂ ਤੁਸੀਂ ਦੂਸਰੇ 'ਚ ਜੱਜ ਕਰ ਸਕਦੇ ਹੋ ਵੀ ਇਹਦੇ 'ਚ ਕੁਛ ਨਾ ਕੁਛ ਹੈ ਜੋ ਇਹ ਨਾਰਮਲ ਨਹੀਂ ਹੈ। ਜਿਹੜੀਆਂ ਕਿ ਬਹੁਤ ਸਾਰੀਆਂ ਬਿਮਾਰੀਆਂ ਵੀ ਨੇ, ਜਿਵੇਂ ਥਾਇਰੋਇਡ ਦੀ ਬਿਮਾਰੀ ਹੋ ਜਾਵੇ, ਕੁਛ ਲਿਵਰ ਦੇ ਕੁਛ ਐਸੀ ਪ੍ਰੋਬਲਮਸ ਹੋਣ ਜੋ ਦਿਮਾਗ 'ਤੇ ਅਸਰ ਕਰਨੇ ਸ਼ੁਰੂ ਕਰ ਚੁੱਕੇ ਨੇ, ਕੋਈ
ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਯਾਨੀ ਅਨੇਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਡਿਪਰੈਸ਼ਨ ਵੱਲ ਧੱਕ ਸਕਦੀਆਂ ਨੇ। ਹਾਰਮੋਨਲ ਇੰਬੈਲੈਂਸ ਵੀ ਇੱਕ ਚੀਜ਼ ਹੈ ਬਹੁਤ ਜ਼ਿਆਦਾ, ਖਾਸ ਕਰ ਫੀਮੇਲਸ ਵਿੱਚ ਤਾਂ ਇੱਕ ਤਾਂ ਜਿਹੜਾ ਨਾਰਮਲ ਅਡੋਲੈਸੈਂਟ ਪੀਰੀਅਡ ਹੁੰਦਾ ਉਹਦੇ ਵਿੱਚ ਵੀ ਹਾਰਮੋਨਸ ਜਿਸ ਤਰੀਕੇ ਇੱਕਦਮ ਜੰਪ ਕਰਦੇ ਨੇ, ਉਦੋਂ ਵੀ ਡਿਪਰੈਸ਼ਨ ਬਹੁਤ ਆਮ ਹੈ। ਤੇ ਖਾਸ ਤੌਰ ਤੇ ਫੀਮੇਲਸ ਪ੍ਰੀ ਮੈਂਸਟਰਲ ਜਿਵੇਂ ਹੁੰਦਾ ਉਦੋਂ ਵੀ, ਪੋਸਟ ਮੀਨੋਪੌਜ਼ਲ ਵੀ, ਜਾਂ ਪ੍ਰੈਗਨੈਂਸੀ ਦੌਰਾਨ ਵੀ ਇਹ ਨਾਰਮਲ ਨੇ। ਫਿਕਰ ਹੋਣੇ ਜਾਂ ਹਾਰਮੋਨਲ ਚੇਂਜਸ ਕਰਕੇ ਤੁਹਾਨੂੰ ਇਹ ਡਿਪਰੈਸ਼ਨ ਵਿੱਚ ਤੁਸੀਂ ਜਾ ਸਕਦੇ ਹੋ। ਗੱਲ ਸਿਰਫ ਇਹ ਹੈ ਕਿ ਅਸੀਂ ਸਾਰੇ ਇੱਕੋ ਹੀ ਗੱਲ ਕਰਦੇ ਹਾਂ, ਜੇ ਕੋਈ ਵਡੇਰੀ ਉਮਰ ਹੈ, ਚੱਲ ਭਾਈ ਤੂੰ ਗੁਰਦੁਆਰੇ ਜਾ ਤੇ ਬਹਿ ਜਾ, ਛੱਡ ਇਹਨੂੰ ਚੀਜ਼ ਨੂੰ। ਇਹ ਤਰੀਕਾ ਨਹੀਂ ਹੁੰਦਾ। ਅਸੀਂ ਗਿਣਦੇ ਹਾਂ ਕਿ 60 ਸਾਲ ਹੈ ਕਿ 100 ਸਾਲ ਹੈ, ਬੰਦਾ ਜ਼ਿੰਦਗੀ ਜਿਉਂਦਾ ਹੈ, ਉਹਨੂੰ ਕੋਈ ਨਾਰਮਲ ਜ਼ਿੰਦਗੀ ਜੀ, ਕੋਈ ਉਮਰ ਦਾ ਲਿਹਾਜ਼ ਹੈ ਹੀ ਨਹੀਂ। ਜਿੰਨਾ ਮਨ ਅੰਦਰ ਤੁਸੀਂ ਜਵਾਨ ਹੋ ਓਨੇ ਹੀ ਜਵਾਨ ਦਿਸਦੇ ਹੋ। ਸੋ ਤੁਸੀਂ 60 ਕੇ 70 ਕੇ 80 ਕੋਈ ਇਹ ਫਿਗਰਸ ਭਾਵੇਂ ਹੋਣਗੇ, ਪਰ ਬੰਦਾ ਦੌੜ ਭੱਜ ਵੀ ਸਕਦਾ, ਨਾਰਮਲ ਹੱਸ ਖੇਡ ਵੀ ਸਕਦਾ, ਬਿਲਕੁਲ ਬਹੁਤ ਖੂਬਸੂਰਤ ਰੰਗ ਬਿਰੰਗੇ ਕੱਪੜੇ ਪਾ ਸਕਦਾ, ਜੋ ਕਿ ਤੁਸੀਂ ਵਿਕਸਿਤ ਮੁਲਕਾਂ 'ਚ ਦੇਖੋ, ਖੁੱਲ੍ਹ ਕੇ ਹੱਸ ਸਕਦਾ, ਇਕੱਲੇ ਤੁਰ ਫਿਰ ਸਕਦਾ। ਯਾਨੀ ਅਸੀਂ ਗਿਣਦੇ ਹਾਂ, ਸਾਡੀ ਸੋਚ ਇਹ ਹੈ ਵੀ ਕੋਈ ਬਜ਼ੁਰਗ ਤੇ ਅਸੀਂ ਬੁੱਢੀ ਘੋੜੀ ਲਾਲ ਲਗਾਮ, ਜਾਂ ਇਹ ਇਕੱਲੀ ਸਨਕੀ ਹੈ, ਪਾਗਲ ਹੋ ਚੁੱਕੀ ਹੈ, ਇਕੱਲੀ ਘੁੰਮਦੀ ਰਹਿੰਦੀ ਹੈ। ਯਾਨੀ ਇਹ ਸਾਡੀ, ਅਸੀਂ ਇਹੋ ਜਿਹੇ ਕ੍ਰਾਈਟੀਰੀਆਜ਼ ਬਣਾ ਲਏ ਨੇ ਆਪਣੇ ਮਨ ਅੰਦਰ ਕਿ ਆਹ ਏਜ ਭਜਨ ਕਰਨ ਲਈ ਹੈ, ਏਜ ਐਕਟਿਵ ਲਾਈਫ ਹੈ, ਇਹ ਅਧੀਨਗੀ 'ਚ ਕੱਢਣ ਵਾਲੀ ਹੈ। ਜਦ ਕਿ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ। ਜੇ 3 ਸਾਲਾਂ ਦੀ ਬੱਚੀ ਨੂੰ ਸਵਿਮਿੰਗ ਸਿਖਾ ਕੇ ਜਾਂ ਜਿਮਨਾਸਟਸ ਵਾਲੇ ਪਾਸੇ ਪਾ ਕੇ ਉਹਨੂੰ ਪਕਿਆਈ ਵਿੱਚ ਲੈ ਜਾਂਦੇ ਹਾਂ 10 ਸਾਲ ਕੰਮ ਕਰਾ ਕੇ, ਕਿ ਆ 13 ਸਾਲ ਦੀ ਖੂਬਸੂਰਤ ਜਿਮਨਾਸਟ ਤਿਆਰ ਹੈ, ਅਤੇ ਉਹ ਸਾਡੇ ਕੋਲ ਹਨ ਚਾਈਨਾ 'ਤੇ ਵੀ, ਰਸ਼ੀਆ 'ਚ ਵੀ, ਜੋ ਸਾਡੇ ਕੋਲ ਐਗਜ਼ਾਮਪਲਸ ਨੇ। ਤਾਂ ਅਸੀਂ ਕਿਉਂ ਬਈ ਨਹੀਂ, ਜੇ ਤਾਂ ਜੇ ਬੱਚਿਆਂ ਨੂੰ ਚੁੱਪ ਕਰਕੇ ਬਿਠਾ ਦਿਓ, ਇਹਨੇ ਗੱਲ ਵੀ ਨਹੀਂ ਕਰਨੀ। ਇਹ ਕਾਰਨ ਕਿ ਅਸੀਂ ਆਪਣੇ ਆਪ ਨੂੰ ਥੋਪਦੇ ਹਾਂ ਦੂਜੇ 'ਤੇ। ਅਸੀਂ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਕਿ ਕਿਸੇ ਦੀ ਸਲਾਹ ਸੁਣਨੀ ਵੀ ਹੈ। ਬੋਲਣ 'ਚ ਜ਼ਿਆਦਾ ਵਿਸ਼ਵਾਸ ਹੈ ਕਿ ਅਸੀਂ ਸੁਣਨਾ ਨਹੀਂ। ਤਾਂ ਜਿਸ ਦਿਨ ਸਾਨੂੰ ਸੁਣਨ ਦੀ ਜਾਚ ਆ ਜਾਏਗੀ, ਸਹਿਣ ਦੀ ਜਾਚ ਆ ਜਾਏਗੀ, ਉਦੋਂ ਇਹ ਡਿਪਰੈਸ਼ਨ ਵਗੈਰਾ ਨਿਕਲ ਜਾਏਗਾ। ਪਰ ਗੱਲ ਇਹ ਹੈ ਕਿ ਹਰ ਇੱਕ ਨੂੰ ਇੱਕ ਸਪੇਸ ਦੇਣੀ ਸਿੱਖੀਏ ਕਿ ਇਹ ਸਪੇਸ ਇਹਦੀ ਹੈ, ਇਹਨੂੰ ਆਜ਼ਾਦੀ ਚਾਹੀਦੀ ਹੈ, ਆਹ ਸਪੇਸ ਮੇਰੀ ਹੈ। ਅਤੇ ਬਈ ਜੇ ਹਸਬੈਂਡ ਵਾਈਫ ਵੀ ਨੇ, ਹੋ ਸਕਦਾ ਇਹਦੀ ਸਿਤਾਰ ਵਜਾਉਣ ਦਾ ਸ਼ੌਕ ਹੋਏ, ਮੇਰਾ ਪੇਂਟਿੰਗ ਦਾ ਸ਼ੌਕ ਹੈ, ਜਾਂ ਮੇਰਾ ਗਾਰਡਨਿੰਗ ਦਾ, ਜਾਂ ਮੈਂ ਮੋਟਰਸਾਈਕਲ ਚਲਾਉਣਾ, ਤਾਂ ਫਿਰ ਆਪੋ ਆਪਣੇ ਜੋ ਤੁਹਾਡੇ ਸ਼ੌਕ ਨੇ ਉਹਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ। ਵਰਕ ਜਿਹੜਾ ਟਾਈਮ ਹੈ ਉਹ ਆਪਣਾ ਵੱਖਰਾ, ਬਟ ਜਿਹੜਾ ਰਿਲੈਕਸੇਸ਼ਨ ਟਾਈਮ ਹੈ ਉਹ ਤੁਹਾਡਾ ਹਮੇਸ਼ਾ ਹੀ ਇੱਕ ਦੂਜੇ ਤੋਂ ਵੱਖ ਜੋ ਤੁਹਾਡੇ ਵਿਚਾਰ ਹਨ ਉਹਨਾਂ ਨੂੰ ਖੁੱਲ੍ਹ ਦੇਣ ਦਾ ਸਮਾਂ ਹੁੰਦਾ। ਪਰ ਉਹਦੇ ਵਿੱਚ ਫਿਰ ਇਹ ਨਹੀਂ ਹੈ ਕਿ ਤੁਸੀਂ ਆਪੋ ਆਪਣੀ ਡਫਲੀ ਵਜਾਈ ਜਾਣੀ ਹੈ। ਯਾਨੀ ਇੱਕ ਡਿਨਰ ਟਾਈਮ ਅਸੀਂ ਜੋ ਗਿਣਦੇ ਹਾਂ, ਐਜ਼ ਅ ਡਾਕਟਰ ਦੱਸ ਰਹੀ ਹਾਂ, ਜਿੱਥੇ ਸਾਰਾ ਟੱਬਰ ਰਲ ਕੇ ਇਕੱਠਾ ਖਾਣਾ ਬਣਾ ਵੀ ਰਿਹਾ, ਖਾ ਵੀ ਰਿਹਾ, ਗੱਲਾਂ ਵੀ ਕਰ ਰਿਹਾ, TV ਆਫ ਹੈ, ਕੰਪਿਊਟਰਸ ਆਫ ਨੇ, ਮੋਬਾਈਲ ਸਵਿਚ ਆਫ ਨੇ, ਤਾਂ ਉਹ ਅਸਲ ਸਮਾਂ ਹੁੰਦਾ ਹੈ ਜਦੋਂ ਤੁਸੀਂ ਇੱਕ ਦੂਜੇ ਦੀਆਂ ਗੁੰਝਲਾਂ ਸੁਲਝਾ ਸਕਦੇ ਹੋ, ਤੁਸੀਂ ਆਪਸ 'ਚ ਰਿਸ਼ਤੇ ਡੂੰਘੇ ਕਰ ਸਕਦੇ ਹੋ। ਡਾਕਟਰ ਸਾਹਿਬ, ਤੁਹਾਡਾ ਸਮਾਜਿਕ ਮੁੱਦਿਆਂ ਨੂੰ ਲੈ ਕੇ ਵੀ ਬੜਾ ਲੰਮਾ ਤਜਰਬਾ ਹੈਗਾ, ਅਤੇ ਡਾਕਟਰੀ ਪੇਸ਼ੇ ਦੇ ਵਿੱਚ ਵੀ ਤੁਹਾਡਾ ਲੰਮਾ ਤਜਰਬਾ ਹੈਗਾ। ਤੁਸੀਂ ਸਾਹਿਤ ਵੀ ਬਹੁਤ ਕੁਝ ਲਿਖਿਆ ਵੀ ਹੈ, ਪੜ੍ਹਿਆ ਵੀ ਹੈ। ਮੈਂ ਤੁਹਾਡੇ ਤੋਂ ਦਰਸ਼ਕਾਂ ਦੇ ਮਾਧਿਅਮ ਰਾਹੀਂ ਇਹ ਜਾਣਨਾ ਚਾਹਾਂਗਾ ਕਿ ਤਿੰਨ ਕੈਟੇਗਰੀਆਂ, ਬੱਚਾ, ਜਵਾਨ ਅਤੇ ਬਜ਼ੁਰਗ, ਤਿੰਨਾਂ ਦੇ ਵਿੱਚੋਂ ਸਭ ਤੋਂ ਵੱਧ ਡਿਪਰੈਸ਼ਨ ਦਾ ਸ਼ਿਕਾਰ ਕੌਣ ਹੁੰਦਾ? ਦੇਖੋ, ਬੱਚੇ ਛੇਤੀ ਡਿਪਰੈਸ਼ਨ ਵੱਲ ਜਾਂਦੇ ਨਹੀਂ, ਕਿਉਂਕਿ ਉਹਨਾਂ 'ਚ ਊਰਜਾ ਇੰਨੀ ਹੁੰਦੀ, ਉਹ ਭੁਲਾ ਦਿੰਦੇ ਨੇ ਛੇਤੀ। ਗੱਲ ਲੜਾਈ ਹੋਈ, ਦੁਬਾਰਾ ਜੱਫੀਆਂ ਪਾਈਆਂ, ਦੋਸਤ ਫਿਰ ਮਿਲ ਗਏ। ਸੋ ਜ਼ਿਆਦਾ ਅਸੀਂ ਦੇਖਿਆ ਇਹ ਜਿੰਨਾ ਕੁ ਆਪਾਂ ਕਹਿ ਲੈਂਦੇ ਹਾਂ ਅਡੋਲੈਸੈਂਟ ਏਜ ਔਨਵਰਡਸ ਜਿਹੜਾ ਇਹ ਕਾਫੀ ਜ਼ਿਆਦਾ ਹੈ, ਜਿਹੜਾ ਕਿ ਇਹ ਧਿਆਨ ਵਿੱਚ ਕੀਤਾ ਨਹੀਂ ਜਾਂਦਾ, ਲੋਕ ਮਹਿਸੂਸ ਹੀ ਨਹੀਂ ਕਰਦੇ। ਬੱਚੇ ਖੁਦਕੁਸ਼ੀ ਕਰ ਜਾਂਦੇ ਨੇ, ਪਰ ਉਹ ਸਿੰਪਟਮਸ ਦੱਸਦੇ ਰਹਿੰਦੇ ਨੇ ਜਿਹੜੇ ਅਸੀਂ ਇਗਨੋਰ ਕਰਦੇ ਹਾਂ। ਬਜ਼ੁਰਗਾਂ ਦੇ ਵਿੱਚ ਬਹੁਤ ਹਾਈ ਰੇਟ ਹੈ, ਪਰ ਗੱਲ ਉਹ ਹੈ ਕਿ ਅਸੀਂ ਤਾਂ ਪਹਿਲਾਂ ਹੀ ਬਜ਼ੁਰਗ ਘਰਾਂ ਵੱਲ ਧੱਕ ਦਿੰਦੇ ਹਾਂ, ਸਮਝਦੇ ਹੀ ਨਹੀਂ ਕਿ ਇਹਨਾਂ ਦੀ ਕੋਈ ਡਿਪਰੈਸ਼ਨ ਦੀ ਕੋਈ ਕਾਰਨ ਹੋ ਵੀ ਸਕਦਾ। ਨਾਟ ਨੈਸੈਸਰੀਲੀ ਕਿ ਉਹਨਾਂ ਨੂੰ ਕੋਈ ਦੁੱਖ ਹੀ ਹੋਇਆ, ਨੋਰਮਲ ਵੀ ਜਿਹੜੇ ਉਹਨਾਂ ਦੇ ਹਾਰਮੋਨਲ ਚੇਂਜਸ ਆਉਂਦੇ ਨੇ ਬਾਡੀ ਦੇ ਵਿੱਚ, ਉਹਨਾਂ ਸਦਕਾ ਵੀ ਕੁਛ ਆਪ ਉਹਨਾਂ ਨੂੰ ਲੱਗੇ ਵੀ ਅਸੀਂ ਉਹ ਚੀਜ਼ ਨਹੀਂ ਕਰ ਸਕ ਰਹੇ ਅਚੀਵ ਜਿਹੜੀ ਅਸੀਂ ਪਹਿਲਾਂ ਕਰ ਰਹੇ ਸੀ, ਜਾਂ ਦੋਸਤ ਦੀ ਮੌਤ ਹੋ ਗਈ, ਸਾਥੀ ਨਾ ਰਿਹਾ, ਜੀਵਨ ਸਾਥੀ। ਇਹ ਕਾਫੀ ਕਾਰਨ ਨੇ ਜਿਨ੍ਹਾਂ ਨਾਲ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਪਰ ਉਹਨਾਂ ਨੂੰ ਸਗੋਂ ਨਾਲ ਰਲਾਉਣ ਦਾ ਸਮਾਂ ਹੁੰਦਾ ਨਾ ਕਿ ਬਾਹਰ ਕੱਢ ਦੇਣ ਦਾ, ਕਿ ਤੁਸੀਂ ਜੇ ਦੋਸਤ ਮਿੱਤਰ ਉਹਨਾਂ ਦੇ ਹਨ ਜ਼ਰੂਰ ਮਿਲਣ ਜਾਣ,
ਖੁੱਲ੍ਹ ਕੇ ਹੱਸਣ, ਆਪਣੀ ਸੈਰ ਕਰਨ, ਆਪਣਾ ਅਲੱਗ ਉਹਨਾਂ ਕੋਲ ਆਉਣ ਜਾਣ ਦਾ ਸਾਧਨ ਹੋਵੇ, ਬਾਹਰ ਘੁੰਮ ਸਕਦੇ ਹੋਣ, ਮਰਜ਼ੀ ਹੈ ਫਿਲਮ ਦੇਖਣੀ ਹੈ ਉਹਨਾਂ ਨੇ, ਮਰਜ਼ੀ ਹੈ ਬਾਹਰ ਖਾਣਾ ਤਾਂ ਜਾਣ। ਉਹਨਾਂ ਦਾ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਲਾਣੀਆਂ ਠੀਕ ਨਹੀਂ ਹਨ। ਪਰ ਬਹੁਤ ਸਾਰੇ ਬਜ਼ੁਰਗ ਦੇਖਣ ਵਿੱਚ ਆਇਆ ਕਿ ਜਦੋਂ ਆਪਣੀ ਪੋਤੇ ਪੋਤੀਆਂ ਨਾਲ ਜਾਂ ਦੋਹਤਰੀਆਂ ਨਾਲ ਜਦੋਂ ਖਿੜਖਿੜਾ ਕੇ ਹੱਸਦੇ ਨੇ ਤਾਂ ਕਾਫੀ ਸਹਿਜ ਹੋ ਜਾਂਦੇ ਨੇ। ਉਸ ਏਜ ਵਿੱਚ ਕਈ ਵਾਰ ਦੰਦ ਨਹੀਂ ਰਹੇ, ਸੋ ਉਹਨਾਂ ਨੇ ਆਪਣੇ ਖਾਣ ਪੀਣ ਦਾ ਵੱਖਰਾ ਹੋ ਜਾਂਦਾ ਕੰਮ। ਤਾਂ ਹੋ ਸਕਦਾ ਘਰ ਵਿੱਚ ਨੂੰਹ ਜਾਂ ਧੀ ਕਵੇ ਕਿ ਮੈਂ ਹਰ ਵਾਰ ਹੁਣ ਮਿਕਸੀ 'ਚ ਹੀ ਘੋਲ ਕੇ ਤੁਹਾਨੂੰ ਦੇਈ ਜਾਵਾਂ, ਮੈਨੂੰ ਇਹੀ ਕੰਮ ਹੈ। ਯਾਨੀ ਉਹ ਚੀਜ਼ ਜਿਹੜੀ ਖਟਾਸ ਵੀ ਪੈਦਾ ਕਰਦੀ ਹੈ ਅਤੇ ਬੰਦੇ ਨੂੰ ਥੋੜ੍ਹਾ ਜਿਹਾ ਡਿਪਰੈਸ਼ਨ ਵੱਲ ਲੈ ਜਾਂਦੀ ਹੈ। ਪਰ ਉਹ ਚੀਜ਼ਾਂ ਜੇ ਅਸੀਂ ਧਿਆਨ 'ਚ ਰੱਖੀਏ ਕਿ ਸਾਡੇ 'ਤੇ ਵੀ ਇਹੀ ਸਮਾਂ ਆਉਣਾ ਤਾਂ ਮੇਰਾ ਖਿਆਲ ਹੈ ਅਸੀਂ ਚੀਜ਼ ਘੱਟ ਕਰਾਂਗੇ। ਅਤੇ ਜੇਕਰ ਮੇਲ ਅਤੇ ਫੀਮੇਲ ਦੋਨਾਂ 'ਚੋਂ ਆਪਾਂ ਡਿਫਰੈਂਟ ਮਤਲਬ ਇਹਨਾਂ ਦਾ ਵੱਖ ਕਰਨਾ ਹੋਵੇ ਡਿਪਰੈਸ਼ਨ ਦੇ, ਅਤੇ ਕਿਹਨਾਂ ਦੇ ਵਿੱਚ ਇਹ ਜਿਹੜੀ ਡਿਪਰੈਸ਼ਨ ਵੱਧ ਹੁੰਦਾ, ਔਰਤਾਂ 'ਚ ਜਾਂ ਮਰਦਾਂ 'ਚ? ਦੇਖੋ, ਦੋ ਵੱਖੋ ਵੱਖਰੇ ਸਾਡੇ ਕੋਲ ਫਿਗਰਸ ਨੇ ਜਿਨ੍ਹਾਂ ਵਿੱਚ ਵਿਕਸਿਤ ਮੁਲਕਾਂ ਵਿੱਚ ਔਰਤਾਂ ਨੂੰ ਤਵੱਜੋ ਦਿੱਤੀ ਨਹੀਂ ਜਾਂਦੀ। ਸੋ ਇਸ ਕਰਕੇ ਉਹਨਾਂ ਦੀ ਡਿਪਰੈਸ਼ਨ ਤਾਂ ਗਿਣੀ ਨਹੀਂ ਜਾਂਦੀ, ਇਹਨੂੰ ਹੁੰਦੀ ਵੀ ਹੈ ਅਤੇ ਤਾਂ ਮੇਲ ਦਾ ਹੀ ਵਧਾ ਕੇ ਦੱਸਿਆ ਜਾਂਦਾ। ਜਿਹੜੇ ਵਿਕਸਿਤ ਮੁਲਕ ਨੇ, ਯਾਨੀ ਸਾਡੇ ਨੂੰ ਤਾਂ ਮੈਂ ਤੁਹਾਨੂੰ ਦੱਸ ਹੀ ਤਾਂ ਕੀ ਕਰਦੇ ਹਾਂ, ਪਰ ਵਿਕਸਿਤ ਮੁਲਕਾਂ ਵਿੱਚ ਵੇਖਣ ਵਿੱਚ ਆਇਆ ਕਿ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਛੇਤੀ ਹੁੰਦੀਆਂ ਨੇ ਅਤੇ ਉਹ ਛੇਤੀ ਉਹਦੇ ਤੋਂ ਸਹਿਜ ਵੀ ਹੋ ਸਕਦੀਆਂ ਨੇ, ਕਿਉਂਕਿ ਉਹ ਰੋ ਲੈਂਦੀਆਂ ਨੇ, ਆਪਣਾ ਗੁਬਾਰ ਕੱਢ ਲੈਂਦੀਆਂ ਨੇ। ਜਦ ਕਿ ਅਸੀਂ ਇੱਕ ਇਹ ਟੈਬੂ ਬਣਾ ਛੱਡਿਆ ਵੀ ਬੰਦਾ ਤੇ ਰੋਂਦਾ, ਉਹ ਆਹ ਕੀ ਗੱਲ ਹੋ ਗਈ। ਯਾਨੀ ਅਸੀਂ ਮੰਨਦੇ ਹਾਂ ਸਗੋਂ ਜੇ ਬੰਦਾ ਰੋ ਲੈਂਦਾ ਤਾਂ ਉਹ ਸਗੋਂ ਆਪਣੇ ਮਨ ਅੰਦਰਲਾ ਤਣਾਅ ਛੱਡ ਦਿੰਦਾ। ਸਗੋਂ ਰੋਣਾ ਬਹੁਤ ਇੱਕ ਵਧੀਆ ਐਕਸਰਸਾਈਜ਼ ਵੀ ਹੈ ਕਿ ਤੁਹਾਡਾ ਅੰਦਰਲਾ ਗੁਬਾਰ ਨਿਕਲ ਗਿਆ, ਬਜਾਏ ਕਿ ਬਾਹਰ ਗਾਲਾਂ ਕੱਢੀਏ ਜਾਂ ਅਸੀਂ ਕਤਲ ਕਰਦੇ ਫਿਰੀਏ। ਜੇ ਉਹ ਇਹੋ ਜਿਹਾ ਕੋਈ ਸਟ੍ਰੈਸਫੁਲ ਟਾਈਮ ਹੈ, ਤੁਸੀਂ ਰੋ ਲਿਆ, ਸ਼ਾਂਤ ਹੋ ਗਏ, ਬਹੁਤ ਸਾਰੇ ਹਾਰਮੋਨਸ ਤੁਹਾਡੇ ਨਾਰਮਲੀ ਤੁਹਾਨੂੰ ਠੀਕ ਕਰ ਸਕਦੇ ਹੁੰਦੇ ਨੇ। ਪਰ ਸਭ ਤੋਂ ਬਿਹਤਰ ਜੋ ਅੱਜ ਤੱਕ ਦਾ ਲੱਭਿਆ ਗਿਆ ਕਿ ਤਣਾਅ ਘਟਾਉਣ ਦਾ ਜੋ ਮੀਟਰ ਘਟਾਉਣ ਦਾ, ਦੋਸਤਾਂ ਨਾਲ ਖੁੱਲ੍ਹ ਕੇ ਹੱਸਣਾ, ਰਨਿੰਗ, ਸਾਈਕਲਿੰਗ, ਸਵਿਮਿੰਗ, ਯਾਨੀ ਐਕਸਰਸਾਈਜ਼ ਇੱਕ ਬਹੁਤ ਤਗੜਾ ਪੋਜ਼ੀਟਿਵ ਰੋਲ ਅਦਾ ਕਰਦਾ, ਸਾਡਾ ਮੂਡ ਇਲੇਸ਼ਨ ਕਰ ਦਿੰਦਾ, ਜਿਸ 'ਚ ਤੁਸੀਂ ਪੇਂਟਿੰਗ, ਫਿਰ ਅੱਗੋਂ ਮਧੁਰ ਸੰਗੀਤ, ਮਿਊਜ਼ਿਕ, ਤੁਸੀਂ ਖੇਤੀਬਾੜੀ ਆਪਣੀ ਕਰ ਸਕਦੇ ਹੋ। ਇਹ ਚੀਜ਼ਾਂ 'ਚ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਹੋ। ਫਿਰ ਲਿਖਣਾ, ਪੜ੍ਹਨਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਬਿਜ਼ੀ ਰੱਖਣ ਦੇ ਨਾਲ ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹੋ। ਅਤੇ ਜੇਕਰ ਆਪਾਂ ਆਈਏ ਕਿ ਮਤਲਬ ਦਿਨਚਰਿਆ, ਇੱਕ ਡਿਪਰੈਸ਼ਨ ਵਾਲੇ ਵਿਅਕਤੀ ਨੂੰ ਦੀ ਦਿਨਚਰਿਆ ਕਿਸ ਤਰ੍ਹਾਂ ਦੀ ਹੋਣੀ? ਮਤਲਬ ਰਾਤ ਸੌਂ ਗਿਆ, ਉਹ ਸਵੇਰੇ ਉੱਠਿਆ, ਅਤੇ ਕੀ ਉਹਦੀ ਕੋਈ ਦਿਨਚਰਿਆ ਵੀ ਕੁਛ ਹਿਸਾਬ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਆਪਾਂ ਡਿਪਰੈਸ਼ਨ ਦੇ ਵਿੱਚੋਂ ਇੱਕ ਤਰੀਕੇ ਨਾਲ ਕੱਢਿਆ ਜਾ ਸਕਦਾ? ਦਿਨ ਦੇਖੋ, ਸ਼ੁਰੂ ਤਾਂ ਹਮੇਸ਼ਾ ਹੀ ਸ਼ੁਕਰ ਨਾਲ ਕਰਨਾ ਚਾਹੀਦਾ। ਉਹ ਅੱਧੀਆਂ ਤਾਂ ਚੀਜ਼ਾਂ ਉੱਥੇ ਹੀ ਗਾਇਬ ਕਰ ਦਿੰਦਾ। ਸ਼ੁਕਰ ਹੈ ਅੱਜ ਮੈਂ ਜਿਉਂਦਾ ਉੱਠਿਆ। ਅੱਜ ਦੇ ਦਿਨ ਕੋਰੇ ਕਿੰਨੇ ਮਰ ਖੱਪ ਗਏ ਸੀ, ਜਿਨ੍ਹਾਂ ਨੇ ਉੱਠਣਾ ਸੀ ਪਤਾ ਨਹੀਂ ਕਿੰਨਾਂ ਦੀ ਨਜ਼ਰ ਚਲੀ ਜਾਣੀ ਸੀ, ਕਿੰਨਿਆਂ ਦੇ ਪਾਸੇ ਮਰਿਆ ਹੋਇਆ, ਕੋਈ ਕੁਛ। ਸ਼ੁਕਰ ਹੈ ਅਸੀਂ ਤੁਰ ਫਿਰ ਸਕਦੇ ਹਾਂ, ਬਹੁਤ ਵੱਡੀ ਗੱਲ ਹੈ। ਸੋ ਉਹੀ ਖੁਸ਼ੀ ਮਨਾਈਏ। ਥੋੜ੍ਹਾ ਜਿਹਾ ਕੁਦਰਤ ਵੱਲ ਝਾਤ ਮਾਰੀਏ ਤਾਂ ਉਹ ਜ਼ਿਆਦਾ ਬਿਹਤਰ ਹੈ ਕਿ ਹਾਂ ਕਿੰਨਾ ਸੋਹਣਾ ਚਿੜੀਆਂ ਚਹਿਕ ਰਹੀਆਂ ਨੇ, ਕਿੰਨੀ ਖੂਬਸੂਰਤ ਧੁੱਪ ਨਿਕਲੀ ਹੈ, ਕਿੰਨੇ ਵਧੀਆ ਜਾਂ ਬੱਦਲ ਆਏ ਨੇ, ਜਾਂ ਜੋ ਵੀ ਹੈ, ਤੁਸੀਂ ਉਸ ਕੁਦਰਤ ਨੂੰ ਇੰਜੋਏ ਕਰੋ। ਫਿਰ ਸਭ ਤੋਂ ਬੈਸਟ ਤਾਂ ਹੈ ਸਵੇਰੇ ਉੱਠ ਕੇ ਹਮੇਸ਼ਾ ਹੀ ਕਸਰਤ ਪਹਿਲਾਂ ਜ਼ਰੂਰੀ ਹੁੰਦੀ। ਜੇ ਫਰੈਸ਼ ਏਅਰ ਦੇ ਵਿੱਚ ਤੁਸੀਂ ਰਨਿੰਗ, ਜਾਂ ਜਿਵੇਂ ਮੈਂ ਦੱਸਿਆ ਜਿਹੜੀ ਮਰਜ਼ੀ ਤੁਹਾਨੂੰ ਕਸਰਤ ਹੈ, ਜਿਸ 'ਚ ਕਿ ਟਹਿਲਣਾ ਜਾਂ ਸੱਸ ਨੂੰ ਪੁੰਨਣਾ ਨਹੀਂ, ਬਲਕਿ ਤੁਸੀਂ ਰਨਿੰਗ ਜਾਂ ਕੋਈ ਜਿਵੇਂ ਇਹੋ ਜਿਹੀ ਐਕਸਰਸਾਈਜ਼ ਜਿੱਥੇ ਤੁਹਾਡੇ ਦਿਲ ਨੂੰ ਤਗੜਾ ਪੰਪ ਕਰਨਾ ਪਿਆ ਹੋਵੇ, ਪੱਠੇ ਹਿੱਲੇ ਹੋਣ। ਸੋ ਇਹੋ ਜਿਹੀ ਕਸਰਤ ਜ਼ਰੂਰੀ ਹੈ। ਉਸ ਤੋਂ ਬਾਅਦ ਰੂਟੀਨ ਸੈੱਟ ਜੇ ਤੁਸੀਂ ਕਰੋ ਕਿ ਮੈਂ ਇੰਨਾ ਆਹ ਖਾਣ ਦਾ ਸਮਾਂ, ਇੰਨਾ ਮੇਰਾ ਕੰਮ ਕਰਨ ਦਾ ਸਮਾਂ, ਇੰਨਾ ਮੈਂ ਫਿਰ ਘੰਟਾ ਕੁ ਸ਼ਾਮ ਨੂੰ ਰਿਲੈਕਸ ਕਰਨਾ ਜਾਂ ਦੁਪਹਿਰੇ, ਫਿਰ ਸ਼ਾਮ ਨੂੰ ਜ਼ਰੂਰੀ ਹੈ ਕਿ ਤੁਸੀਂ ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ, ਆਪਣੇ ਕਿਸੇ ਨਾ ਕਿਸੇ ਨਾਲ ਜਿੱਥੇ ਤੁਸੀਂ ਆਪਣੇ ਦਿਲ ਅੰਦਰਲਾ ਕੋਈ ਦਰਦ ਜਿਹੜਾ ਸਾਂਝਾ ਕਰ ਸਕੋ, ਜ਼ਰੂਰੀ ਹੁੰਦਾ। ਅਤੇ ਫਿਰ ਈਵਨਿੰਗ, ਫਿਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਦੋਂ ਤੁਸੀਂ ਕਰ ਲਿਆ ਖਾਣਾ ਵਗੈਰਾ ਤਾਂ ਤੁਸੀਂ ਵਾਕ ਜ਼ਰੂਰ ਅੱਧਾ ਘੰਟਾ ਕਰੋ, ਜਿਸ 'ਚ ਤੁਸੀਂ ਭਾਵੇਂ ਮਧੁਰ ਸੰਗੀਤ ਸੁਣਦਿਆਂ ਆਪਣੇ ਕੰਨ ਨਾਲ ਉਸ ਟਾਈਮ ਲਗਾ ਲਓ, ਜਾਂ ਰੱਬ ਦਾ ਨਾਂ ਲੈਣਾ ਚਾਹੁੰਦੇ ਹੋ ਉਹਨੂੰ ਸ਼ੁਕਰ ਕਰਕੇ ਤੁਸੀਂ ਉਹ ਕਰ ਸਕਦੇ ਹੋ। ਬਟ ਉਹ ਤੁਹਾਨੂੰ ਸਹਿਜ ਕਰ ਦਿੰਦਾ
ਰਾਤ ਨੂੰ ਕਦੇ ਵੀ ਭੜਕਾਉਣ ਵਾਲੇ ਸੰਗੀਤ ਜਾਂ ਜਿਹੜੀਆਂ ਖਬਰਾਂ ਦਿਲ ਦਹਿਲਾਉਣ ਵਾਲੀਆਂ ਨਹੀਂ ਦੇਖਣੀਆਂ ਚਾਹੀਦੀਆਂ। ਸੋ ਸੂਦਿੰਗ ਟਾਈਮ ਹੋਣਾ ਚਾਹੀਦਾ ਰਾਤ ਦਾ, ਤਾਂ ਕਿ ਤੁਹਾਡਾ ਉਹ ਦਿਨ ਰਾਤ ਨੂੰ ਸੌਂ ਸਕੋ, ਸੋ ਦੈਟ ਜਿਹੜੀ ਟੁੱਟ ਫੁੱਟ ਸਰੀਰ ਦੀ ਵੀ ਹੁੰਦੀ ਹੈ, ਦਿਮਾਗ ਦੀ ਵੀ, ਉਹ ਸਾਰਾ ਫਿਰ ਬਿਲਡਅਪ ਦੁਬਾਰਾ ਰਾਤ ਨੂੰ ਰੈਸਟ ਦੌਰਾਨ ਹੋ ਜਾਂਦੀ ਹੈ। ਇਹ ਅਕਸਰ ਇਹ ਕਿਹਾ ਜਾਂਦਾ ਕਿ ਡਿਪਰੈਸ਼ਨ ਵਾਲਾ ਜਿਹੜਾ ਬੰਦਾ ਹੁੰਦਾ ਉਹਦੇ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਉਸ ਨੂੰ ਡਿਪਰੈਸ਼ਨ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ। ਇੱਕ ਡਿਪਰੈਸ਼ਨ ਵਾਲੇ ਬੰਦੇ ਦੇ ਆਪਾਂ ਜੇ ਇੱਕ ਕਮਰੇ ਤੋਂ ਸ਼ੁਰੂ ਕਰੀਏ, ਲਿਵਿੰਗ ਰੂਮ ਜਿਹੜਾ ਹੁੰਦਾ ਉਸਦੇ ਕਮਰੇ ਦੇ ਅੰਦਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿ ਕਿਸ ਤਰ੍ਹਾਂ ਦਾ ਉਹ ਕਿਹੜੀ ਚੀਜ਼ਾਂ ਨੇ ਜਿਹੜੀਆਂ ਉਸ ਨੂੰ ਡਿਪਰੈਸ਼ਨ ਦੇ ਵਿੱਚੋਂ ਬਾਹਰ ਕੱਢ ਸਕਦੀਆਂ ਨੇ, ਕੁਝ ਖਾਸ ਇਸ ਤਰ੍ਹਾਂ ਦੇ ਵੀ ਕੋਈ ਆਈਡੀਆ ਹੈ? ਦੇਖੋ, ਜੇ ਤਾਂ ਤੁਹਾਡੀ ਡਿਪਰੈਸ਼ਨ ਦਾ ਕਾਰਨ ਹੀ ਹਸਬੈਂਡ ਜਾਂ ਵਾਈਫ ਇੱਕ ਦੂਜੇ ਨੇ, ਤਾਂ ਫਿਰ ਉਹ ਕਮਰਿਆਂ ਨੇ ਕੁਝ ਤਬਦੀਲੀ ਨਹੀਂ ਲਿਆਉਣੀ, ਕਿਉਂਕਿ ਤੁਹਾਨੂੰ ਦਿਸਣਾ ਹੀ ਨਹੀਂ ਮੇਰੇ ਕਮਰੇ 'ਚ ਕੀ ਤਬਦੀਲੀ ਹੈ। ਤੁਹਾਡਾ ਤਾਂ ਦਿਮਾਗ ਇੱਕੋ ਗਰਾਰੀ 'ਤੇ ਫਸਿਆ ਵੀ ਮੈਨੂੰ ਇਸ ਔਰਤ ਤੋਂ ਮੈਂ ਤੰਗ ਹਾਂ, ਜਾਂ ਉਹ ਕਹਿੰਦੀ ਹੈ ਮੈਂ ਇਸ ਪਤੀ ਤੋਂ ਤੰਗ ਹਾਂ। ਸੋ ਪਹਿਲਾਂ ਮੈਂ ਜਿਵੇਂ ਗੱਲ ਕੀਤੀ ਸੀ, ਆਪਾਂ ਇੱਕ ਦੂਜੇ ਨੂੰ ਸਪੇਸ ਦੇਣੀ ਸਿੱਖੀਏ ਕਿ ਅਸੀਂ ਭਾਂਡੇ ਵੀ ਦੋ ਇਕੱਠੇ ਰੱਖੀਏ ਤਾਂ ਖੜਕਦੇ ਨੇ ਭਾਈ, ਇਹ ਇੱਕੋ ਮਾਂ ਦੇ ਜਾਏ ਵੀ ਜਿਹੜੇ ਉਹ ਵੀ ਅਲੱਗ ਸੋਚ ਰੱਖ ਸਕਦੇ ਨੇ। ਸੋ ਦੋ ਵੱਖੋ ਵੱਖਰੇ ਟੱਬਰਾਂ 'ਚੋਂ ਆਏ ਜਦੋਂ ਨੇ, ਉਹਨਾਂ ਨੇ ਸੋਚ ਵੱਖ ਹੋਣੀ ਹੈ, ਖੜਕਣਾ ਹੈ, ਪਰ ਉਹਨੂੰ ਜੇ ਤਾਂ ਤੁਸੀਂ ਪੋਜ਼ਿਟਿਵ ਵੇ 'ਚ ਲਓਗੇ ਕਿ ਹਾਂ ਜ਼ਿੰਦਗੀ ਲੰਘਾਣੀ ਹੈ ਅਤੇ ਸੋਹਣੇ ਤਰੀਕੇ ਲੰਘਾਣੀ ਹੈ, ਤਾਂ ਉਹ ਰਲ ਮਿਲ ਕੇ ਹੀ ਲੰਘ ਸਕਦੀ ਹੈ। ਸੋ ਉਹ ਸੋਚ ਜਿਹੜੀ ਤੁਹਾਨੂੰ ਜ਼ਿਆਦਾ ਥਾਂ ਰੰਗੀਨ ਬਣਾਉਂਦੀ ਹੈ, ਵਰਨਾ ਉਹੀ ਕੰਧ ਉਹੀ ਸਾਰਾ ਕੁਛ ਤੁਹਾਨੂੰ ਖੁਸ਼ੀ ਵੀ ਦੇ ਸਕਦਾ, ਉਹਦੇ ਨਾਲ ਯਾਦਾਂ ਮਿੱਠੀਆਂ ਵੀ ਜੁੜੀਆਂ ਹੋ ਸਕਦੀਆਂ, ਅਤੇ ਨਹੀਂ ਤਾਂ ਫਿਰ ਉਹੀ ਥਾਂ ਤੁਹਾਨੂੰ ਨਰਕ ਵੀ ਲੱਗਦੀ। ਪਰ ਵੈਸੇ ਜਦੋਂ ਇਕੱਲਾ ਬੰਦਾ ਰਿਹਾ ਹੋਵੇ ਤਾਂ ਅਸੀਂ ਹਮੇਸ਼ਾ ਜੋ ਪ੍ਰੈਫਰ ਕਰੀਦੇ ਹਾਂ, ਲਾਈਟ ਸੂਦਿੰਗ ਕਲਰਸ ਹੋਣ ਕੰਧ 'ਤੇ, ਜਿਨ੍ਹਾਂ ਵਿੱਚ ਖੂਬਸੂਰਤ ਫੁੱਲ ਹੋ ਸਕਦੇ ਨੇ, ਕੋਈ ਖਿੜਖਿੜਾਉਂਦੇ ਹੋਏ ਬੱਚੇ ਦੀ ਤਸਵੀਰ ਹੋ ਸਕਦੀ ਜੇ। ਸੋ ਇਸ ਤਰ੍ਹਾਂ ਦੇ ਨਾਲੇ ਉਹ ਵੀ ਤਬਦੀਲ ਕਰਦੇ ਰਹੋ ਜੇ ਤੁਸੀਂ ਇਹੋ ਜਿਹੇ ਪੋਸਟਰਸ, ਤਾਂ ਉਹ ਬਿਹਤਰ ਰਹਿੰਦਾ। ਉਹਦੇ ਨਾਲ ਤੁਹਾਨੂੰ ਸਹਿਜ, ਜਿਵੇਂ ਖਾਸ ਤੌਰ 'ਤੇ ਕਹਿੰਦੇ ਨੇ ਲਾਈਟ ਜਾਮਨੀ ਜਿਹਾ ਰੰਗ ਜਾਂ ਹਲਕਾ ਗੁਲਾਬੀ ਰੰਗ, ਉਹ ਤੁਹਾਨੂੰ ਸਹਿਜ ਕਰ ਦਿੰਦਾ। ਇਸੇ ਤਰ੍ਹਾਂ ਗ੍ਰੀਨ ਕਲਰ ਜੇ ਹੋਵੇ ਉਹ ਵੀ ਤੁਹਾਨੂੰ ਸਹਿਜ ਕਰਦਾ, ਜਿਹਦੇ ਵਿੱਚ ਤੁਸੀਂ ਛੋਟਾ ਜਿਹਾ ਫੁੱਲ ਰੱਖ ਸਕਦੇ ਹੋ, ਪੱਤੇ ਰੱਖ ਸਕਦੇ ਹੋ, ਆਰਟੀਫਿਸ਼ੀਅਲ ਰੱਖਣੇ ਚਾਹੋ, ਭਾਵੇਂ ਨੈਚੁਰਲ ਜਿਹੜੇ ਤੁਸੀਂ ਇੰਡੋਰ ਪਲਾਂਟਸ ਰੱਖਣੇ ਚਾਹੁੰਦੇ ਹੋ, ਜੇ ਤੁਹਾਨੂੰ ਉਹਨਾਂ ਤੋਂ ਅਲਰਜੀਜ਼ ਨਹੀਂ ਹਨ ਤਾਂ ਤੁਸੀਂ ਇਹ ਕਰ ਸਕਦੇ ਹੋ। ਅਤੇ ਡਾਕਟਰ ਸਾਹਿਬ, ਕੋਈ ਖਾਣ ਪੀਣ ਦਾ ਵੀ ਹੁੰਦਾ ਇਹਨਾਂ ਦੇ, ਜਿਹੜੇ ਡਿਪਰੈਸ਼ਨ ਵਾਲੇ ਪੇਸ਼ੈਂਟ ਨੇ, ਇਹਨਾਂ ਨੂੰ ਕੁਝ ਖਾਣ ਪੀਣ ਬਾਰੇ ਵੀ ਕੁਝ ਵੱਖਰਾ ਹੋਣਾ ਚਾਹੀਦਾ, ਜਾਂ ਫਿਰ ਦੂਜਾ ਜਿਹੜਾ ਚੱਲ ਰਿਹਾ ਉਵੇਂ ਹੀ ਚੱਲਣ ਦੇਣਾ? ਜੀ, ਉਹਦੀ ਡਾਈਟ ਦਾ ਮੇਰਾ ਖਿਆਲ ਆਪਾਂ ਸੈਪਰੇਟ ਪ੍ਰੋਗਰਾਮ ਵਿੱਚ ਕਰਨਾ ਪਏਗਾ, ਕਿਉਂਕਿ ਉਹ ਪ੍ਰੋਪਰ ਪੂਰਾ ਡੀਟੇਲਡ ਹੈਗਾ, ਕਿਹੜੀ ਡਾਈਟ ਡਿਪਰੈਸ਼ਨ ਵਾਲੀ ਹੈ ਅਤੇ ਕਿਹੜੀ ਤੁਹਾਨੂੰ ਉਹਦੇ 'ਚੋਂ ਕੱਢਣ ਵਾਲੀ ਹੈ, ਫਿਰ ਉਹ ਅਲੱਗ-ਅਲੱਗ ਸਮੇਂ 'ਤੇ ਕੀ ਖਾਣਾ ਹੈ। ਪਰ ਉਂਝ ਮੈਂ ਵੱਡੇ ਪੱਧਰ 'ਤੇ ਦੱਸ ਦਿੰਦੀ ਹਾਂ ਵੀ ਸਬਜ਼ੀਆਂ ਜ਼ਿਆਦਾ ਖਾਓ, ਫਰੂਟਸ ਜ਼ਿਆਦਾ ਖਾਓ, ਤਾਂ ਇਹ ਤਲੀਆਂ ਚੀਜ਼ਾਂ ਘਟਾਓ, ਇਹ ਤੁਹਾਡੇ ਲਈ ਬਿਹਤਰ ਰਹਿਣਗੀਆਂ। ਅਤੇ ਡਿਪਰੈਸ਼ਨ ਵਾਲੇ ਪੇਸ਼ੈਂਟ ਨੂੰ ਇੱਕ ਛੋਟਾ ਜਿਹਾ ਜਿਹੜਾ ਲਾਸਟ ਜਾਂਦੇ ਆਪਾਂ ਗੱਲ ਕਰੀਏ, ਤਾਂ ਡਿਪਰੈਸ਼ਨ ਵਾਲੇ ਪੇਸ਼ੈਂਟ ਨੂੰ ਲਾਸਟ ਦੇ ਵਿੱਚ ਆਪਾਂ ਇਹ ਗੱਲ ਕਰੀਏ ਤਾਂ ਡਿਪਰੈਸ਼ਨ ਵਾਲੇ ਪੇਸ਼ੈਂਟ ਦੇ ਨਾਲ ਇੱਕ ਉਹਨੂੰ ਕਾਉਂਸਲਿੰਗ ਕਿਸ ਤਰ੍ਹਾਂ, ਕਿਹੜਾ ਬੰਦਾ ਜਿਹੜਾ ਉਹਨੂੰ ਕਾਉਂਸਲਿੰਗ ਇੱਕ ਬੜਾ ਵੱਡਾ ਪਾਰਟ ਰਹਿੰਦਾ ਹੈਗਾ, ਕਾਉਂਸਲਿੰਗ ਉਹਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਸ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਿਆ ਜਾ ਸਕਦਾ? ਦੇਖੋ, 2-3 ਚੀਜ਼ਾਂ ਜ਼ਰੂਰੀ ਨੇ। ਮੈਂ ਜਿਵੇਂ ਸ਼ੁਰੂ 'ਚ ਹੀ ਗੱਲ ਕੀਤੀ, ਪਹਿਲਾਂ ਤਾਂ ਅਸੀਂ ਸ਼ੁਕਰਾਨਾ ਕਰਨਾ ਸਿੱਖੀਏ ਕਿ ਬਹੁਤ ਚੀਜ਼ਾਂ ਅਸੀਂ ਫਿਰ ਉਹਦੇ ਤੋਂ ਬਚ ਜਾਵਾਂਗੇ ਜਿਹੜੇ ਸਾਨੂੰ ਡਿਪਰੈਸ਼ਨ ਰਾਹੀਂ ਸਾਨੂੰ ਘੇਰਦੀਆਂ ਨੇ। ਦੂਸਰੀ ਚੀਜ਼ ਹੁੰਦੀ ਹੈ ਕਿ ਅਸੀਂ ਤਸੱਲੀ ਕਰਨੀ ਸਿੱਖੀਏ ਵੀ ਜੋ ਇਸ ਵੇਲੇ ਜੇ ਕੁਛ ਮਾੜਾ ਚੰਗਾ ਹੋਇਆ ਵੀ ਹੈ ਤਾਂ ਇਹ ਸਮਾਂ ਬਦਲ ਜਾਏਗਾ। ਇਹ ਜ਼ਰੂਰ, ਜੇ ਖੁਸ਼ੀ ਆਈ ਸੀ ਤਾਂ ਉਸੇ ਤਰ੍ਹਾਂ ਇਹ ਦੁੱਖ ਵੀ ਆਇਆ, ਇਹ ਵੀ ਲੰਘ ਜਾਏਗਾ, ਪਹਿਲਾਂ ਵੀ ਬਥੇਰੇ ਸਮੇਂ ਲੰਘੇ ਨੇ। ਪਰ ਤੀਸਰੀ ਤੇ ਜ਼ਰੂਰੀ ਚੀਜ਼ ਕਿ ਸਾਨੂੰ ਡਾਕਟਰੀ ਸਲਾਹ ਲੈਣ ਲੱਗਿਆਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ। ਉਹਦੇ ਡਾਕਟਰ ਕੋਲ ਜਾ ਕੇ ਜਿੱਥੇ ਅਸੀਂ ਦਿਲ ਵੀ ਖੋਲ੍ਹ ਸਕਦੇ ਹਾਂ, ਦੁੱਖੜੇ ਰੋ ਸਕਦੇ ਹਾਂ, ਉੱਥੇ ਕਈ ਵਾਰ ਵਾਕਈ ਦਵਾਈ ਦੀ ਲੋੜ ਹੁੰਦੀ ਹੈ ਜਿਹੜੀ ਸ਼ੁਰੂ ਕਰਵਾ ਵੀ ਲੈਣੀ ਚਾਹੀਦੀ ਹੈ। ਫਿਰ ਉਹ ਦਵਾਈ ਇਹ ਨਹੀਂ ਕਿ 2 ਦਿਨ ਖਾਈ ਤੇ ਆਰਾਮ ਨਹੀਂ ਆਇਆ, ਉਹਨੂੰ ਲੰਮੇ ਸਮੇਂ ਤੱਕ ਲੈਣਾ ਹੁੰਦਾ, ਪ੍ਰੋਪਰ ਡੋਸੇਜ ਵਿੱਚ, ਪ੍ਰੋਪਰ ਓਨੇ ਸਮੇਂ ਲਈ ਲਓ ਤਾਂ ਉਹ ਠੀਕ ਰਹੇਗਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ, ਮੈਂ ਤਾਂ ਸਿਰਫ ਉਹਨਾਂ ਲਈ ਇਹੀ ਕਹਿ ਸਕਦੀ ਹਾਂ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਅਤੇ ਇਹ ਸਮਾਂ ਲੰਘ ਜਾਏਗਾ। ਸੋ ਡਿਪਰੈਸ਼ਨ 'ਚ ਨਾ ਜਾਓ। ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਨੇ ਸਾਨੂੰ ਡਿਪਰੈਸ਼ਨ ਰੋਗ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਦੱਸਿਆ ਕਿ ਕਿਸ ਤਰੀਕੇ ਨਾਲ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਕਿਹੜੀ ਕੈਟੇਗਰੀ ਦੇ ਲੋਕ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ, ਔਰਤਾਂ ਦੇ ਵਿੱਚ ਡਿਪਰੈਸ਼ਨ ਦੇ ਸ਼ਿਕਾਰ ਹੋਣ ਦੇ ਕਿਹੜੇ ਕਾਰਨ ਨੇ,
ਤੇ ਡਿਪਰੈਸ਼ਨ ਦੇ ਰੋਗੀ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਡਿਪਰੈਸ਼ਨ ਦੇ ਰੋਗੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਹਾਰ ਰੱਖਣਾ ਚਾਹੀਦਾ, ਡਿਪਰੈਸ਼ਨ ਦੇ ਰੋਗੀ ਦੇ ਕਮਰੇ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਡਿਪਰੈਸ਼ਨ ਦੇ ਰੋਗੀ ਦੇ ਨਾਲ ਸਾਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਪਰਿਵਾਰਿਕ ਮਾਹੌਲ ਹੋਵੇ ਤਾਂ ਕਿ ਉਸ ਨੂੰ ਡਿਪਰੈਸ਼ਨ 'ਚ ਬਾਹਰ ਕੱਢਣ ਲਈ ਉਹਦੀ ਮਦਦ ਕੀਤੀ ਜਾ ਸਕੇ। ਤੇ ਅੰਤ ਦੇ ਵਿੱਚ ਡਿਪਰੈਸ਼ਨ ਦੇ ਰੋਗੀ ਦਾ ਜਿਹੜਾ ਉਹ ਖਾਣ ਪੀਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਡਿਪਰੈਸ਼ਨ ਦੇ ਵੱਧ ਤੋਂ ਵੱਧ ਰੋਗੀਆਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਇਸ ਚੀਜ਼ ਦਾ ਲਾਭ ਮਿਲੇ। ਸੋ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।